आओ जो पातशाह दी पावन पवित्र बाणी आस्था जी की वार दी अपनी चल रही है विचार। अगे आरंभ करिए। शेख ब्रह्म जी ने धन श्री गुरु नानक देव साहब जी महाराज उन्हां दे अगे बेनती की कि सच्चे पातशाह कृपा करके समझाओ, जिहड़ा साडा मत है इहदे अंदर यह ज्ञान दिता गया कि जदों इंसान की मौत हो जाती है, ਉਹਦਾ ਜਿਹੜਾ ਮ੍ਰਿਤਕ ਸਰੀਰ ਆ ਇਹ ਹਿੰਦੂ ਲੋਕ ਨੇ ਇਹਨੂੰ ਅਗਨ ਦੇ ਅੰਦਰ ਸਾੜਦੇ ਨੇ। ਜਿਸ ਤਰ੍ਹਾਂ ਇਹਨਾਂ ਦੇ ਸਰੀਰ ਨੂੰ ਅੱਗ ਸਾੜਦੀ ਆ, ਉਸੇ ਤਰ੍ਹਾਂ ਜੀਵ ਆਤਮਾ ਨੂੰ ਅੱਗੇ ਦੁੱਖ ਲੱਗਦਾ। ਇਸ ਕਰਕੇ ਅਸੀਂ ਇਸ ਮਤ ਕਰਕੇ ਅਸੀਂ ਦੱਬਦੇ ਹਾਂ ਮ੍ਰਿਤਕ ਸਰੀਰ ਨੂੰ ਮਿੱਟੀ ਦੇ ਅੰਦਰ। ਇਹਦੇ ਬਾਰੇ ਸਾਨੂੰ ਸਮਝਾਓ। ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਨੇ ਫਿਰ ਸਮਝਾਉਣਾ ਕੀਤਾ। ਮਹੱਲਾ ਪਹਿਲਾ ਕਹਿੰਦੇ, ਭਾਈ ਇਹ ਤੁਹਾਡਾ ਇੱਕ ਬਹੁਤ ਵੱਡਾ ਭਰਮ ਹੈ, ਕਿਉਂਕਿ ਜਿਉਂ ਹੀ ਇਹ ਸਰੀਰ ਨੂੰ ਜੀਵ ਆਤਮਾ ਛੱਡ ਜਾਂਦੀ ਹੈ, ਇਹ ਤਾਂ ਇੱਕ ਮਿੱਟੀ ਦੀ ਨਿਆਈ ਬਣ ਜਾਂਦਾ। ਇਹਦੇ ਨਾਲ ਕੋਈ ਸੰਬੰਧ ਨਹੀਂ ਰਹਿੰਦਾ। ਇਹਨੂੰ ਚਾਹੇ ਤੁਸੀਂ ਮਿੱਟੀ ਅੰਦਰ ਦੱਬ ਦਿਓ, ਚਾਹੇ ਅਗਨ ਭੇਟ ਕਰ ਦਿਓ, ਚਾਹੇ ਪਾਣੀ 'ਚ ਸੁੱਟ ਦਿਓ, ਕਿਉਂਕਿ ਮੁਸਲਮਾਨ ਭਾਈਚਾਰਾ ਇਸਲਾਮ ਦੇ ਅੰਦਰ ਇਹ ਮੰਨਿਆ ਜਾਂਦਾ ਤਾਂ ਇਹ ਕਬਰਾਂ ਦੇ ਅੰਦਰ ਮੁਰਦੇ ਨੂੰ ਦੱਬਦੇ ਆ ਕਿ ਕੋਈ ਸਮਾਂ ਆਉਣਾ, ਕਿਆਮਤ ਆਵੇਗੀ, ਮੁਹੰਮਦ ਸਾਹਿਬ ਹਾਜ਼ਰ ਹੋਣਗੇ ਤੇ ਇਹ ਜਿਹੜੇ ਮੁਰਦੇ ਨੇ ਇਹ ਕਬਰਾਂ 'ਚੋਂ ਉੱਠ ਕੇ ਤੁਰਨਗੇ। ਕੁਰਾਨ ਦੇ ਅੰਦਰ ਵੀ ਲਿਖਿਆ ਹੋਇਆ, जब क़यामत आएगी खुदा हाजिर होगा, अल्लाह अपने बंदों को कब्रों में रूहानियत बख्शेगा। पर यह बहुत बड़ा एक कुरान का जिहड़ा ज्ञान उन्होंने इस ढंग के नाल पेश करता, ये बाहरी कब्र के अंदर ला दिता गया। असलीयत यह है कि जदों किसी इंसान की मौत आउंदी है ਉਹਦੇ ਵਾਸਤੇ ਇਦੋਂ ਵੱਡੀ ਕੋਈ ਕਿਆਮਤ ਨਹੀਂ। ਜਿਉਂ ਹੀ ਸਾਡੇ ਸਰੀਰ ਨਾਲੋਂ ਸਾਡੀ ਗੰਢ ਖੁੱਲ੍ਹਦੀ ਹੈ, ਉੱਥੇ ਮਾਲਕ ਇੱਕ ਵਾਰ ਸ਼ਬਦ ਰੂਪ ਦੇ ਅੰਦਰ ਸਾਨੂੰ ਪ੍ਰਗਟ ਹੁੰਦਾ। ਜੇ ਉਦੋਂ ਵੀ ਅਸੀਂ ਆਪਣੇ ਮਾਲਕ ਪਰਮਾਤਮਾ ਦੀ ਆਵਾਜ਼ ਨੂੰ ਪਛਾਣ ਕੇ ਉਹਦੇ 'ਚ ਅਭੇਦ ਹੋ ਜਾਂਦੇ ਹਾਂ, ਤਾਂ ਸਾਨੂੰ ਮਾਲਕ ਆਪਣੇ ਅਸਲੀ ਘਰ ਦੇ ਅੰਦਰ ਲੈ ਜਾਂਦਾ। ਹੁਣ ਗੱਲ ਤਾਂ ਅੰਦਰ ਦੀ ਕੀਤੀ ਗਈ, ਕਿਉਂਕਿ ਗੁਰਬਾਣੀ ਅੰਦਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਆ, ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਜਿਉਂ ਹੀ ਸਾਡੀ ਆ ਸਰੀਰ ਦੇ ਨਾਲੋਂ ਗੰਢ ਖੁੱਲ੍ਹਦੀ ਆ, ਜਦੋਂ ਅਸੀਂ ਦੇਹ ਨੂੰ ਛੱਡਣਾ, ਛੇਜੇ ਤੇ ਖੁੱਲ੍ਹੇ ਇੱਕ ਗੰਢ, ਉਦੋਂ ਪਰਮਾਤਮਾ ਸ਼ਬਦ ਰੂਪ ਦੇ ਅੰਦਰ ਇੱਕ ਵਾਰ ਬਹੁਤ ਉੱਚੀ ਆਵਾਜ਼ ਸਾਡੇ ਪ੍ਰਗਟ ਹੁੰਦਾ ਨਾਮ। ਜੇ ਤਾਂ ਹੁਣ ਪਹਿਲਾਂ ਉਹਦੀ ਪਛਾਣ ਤਾਂ ਅਸੀਂ ਉਹਦੇ 'ਚ ਅਭੇਦ ਹੋ ਜਾਂਦੇ ਹਾਂ, ਅਤੇ ਜੇ ਨਹੀਂ ਤਾਂ ਅਸੀਂ ਉਹ ਤੋਂ ਡਰਦੇ ਜਮਾ ਪਾਸ ਚਲੇ ਜਾਂਦੇ ਹਾਂ ਅਤੇ ਉਹ ਸਾਨੂੰ ਫੜ ਲੈਂਦੇ ਆ। ਮਹਾਰਾਜ ਨੇ ਸਮਝਾਇਆ ਕਿ ਭਾਈ ਗੱਲ ਤਾਂ ਇਹ ਸਮਝਾਈ ਗਈ ਆ ਸਰੀਰ ਰੂਪੀ ਕਬਰ ਦੀ, ਅਤੇ ਤੁਸੀਂ ਇਹਨੂੰ ਬਾਹਰ ਲਾ ਲਿਆ। ਅਤੇ ਦੂਸਰਾ ਇਹ, ਜੇ ਤੁਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਜਦੋਂ ਹਿੰਦੂ ਧਰਮ ਵਾਲੇ ਸਰੀਰ ਨੂੰ ਬਾਹਰ ਸਾੜਦੇ ਆ ਤਾਂ ਉਹਨਾਂ ਨੂੰ ਪੀੜ ਹੁੰਦੀ ਆ, ਫਿਰ ਜਿੱਥੇ ਮੁਸਲਮਾਨਾਂ ਦੀਆਂ ਕਬਰਾਂ ਨੇ ਉਹ ਵੀ ਬਹੁਤ ਚੀਕਣੀ ਮਿੱਟੀ ਹੁੰਦੀ ਆ, ਉੱਥੋਂ ਵੀ ਜਿਹੜੇ ਘੁਮਿਆਰ ਲੋਕ ਨੇ ਉਹ ਫਿਰ ਮਿੱਟੀ ਲੈ ਕੇ ਆਉਂਦੇ ਆ। ਉਹ ਮਿੱਟੀ ਨੂੰ ਸਵਾਰ ਕੇ ਗਿੱਲੀ ਕਰਕੇ ਅਤੇ ਉਹਦੇ ਫਿਰ ਭਾਂਡੇ ਬਣਾਏ ਜਾਂਦੇ ਆ, ਇੱਟਾਂ ਬਣਾਈਆਂ ਜਾਂਦੀਆਂ ਅਤੇ ਫਿਰ ਉਹਨਾਂ ਨੂੰ ਆਵੀ ਦੇ ਅੰਦਰ ਪਾ ਕੇ ਪਕਾਇਆ ਜਾਂਦਾ। ਉਦੋਂ ਵੀ ਫਿਰ ਉਹ ਜਿਹੜੀ ਮਿੱਟੀ ਆ ਸੂੰ ਸੂੰ ਕਰਦੀ ਆ, ਫਿਰ ਉਹਨਾਂ ਨੂੰ ਵੀ ਅੱਗੇ ਮਿਲਦਾ ਹੋਊਗਾ। ਤਾਂ ਪਾਤਸ਼ਾਹ ਨੇ ਸਮਝਾਇਆ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਤੀ ਕਰੇ ਪੁਕਾਰ। ਉਹ ਤੁਹਾਡੇ ਕਬਰਾਂ ਵਾਲੀ ਮਿੱਟੀ ਵੀ ਫਿਰ, ਕਿਉਂਕਿ ਸਰੀਰ ਨੇ ਹੌਲੀ ਹੌਲੀ ਮਿੱਟੀ 'ਚ ਰਲ ਜਾਣਾ, ਅਤੇ ਉਹ ਮਿੱਟੀ ਲਿਆਉਂਦੇ ਆ ਘੁਮਿਆਰ ਲੋਕ, ਉਹਦੇ ਭਾਂਡੇ ਇੱਟਾਂ
ਤੇ ਬਣਾਈਆਂ ਜਾਂਦੀਆਂ ਤੇ ਫਿਰ ਉਹ ਵੀ ਜਲਦੇ ਹੋਣਗੇ। ਘੜ ਭਾਂਡੇ ਇੱਟਾਂ ਕੀ ਆ, ਜਲਦੀ ਕਰੇ ਪੁਕਾਰ, ਤੇ ਉਹ ਵੀ ਫਿਰ ਵੀ ਦੁੱਖ ਭੋਗਦੀ ਹੋਊਗੀ। ਹੋਰ ਵੀ ਇੱਥੇ ਦੱਸਿਆ, ਮੁਸਲ ਕਹਿੰਦੇ ਨੇ ਸਾਡੇ ਸਰੀਰ ਨੂੰ, ਤੇ ਮਾਨ ਕਹਿੰਦੇ ਜਿਹੜੇ ਸਰੀਰ ਦਾ ਇਨਸਾਨ ਬਹੁਤ ਮਾਣ ਕਰਦਾ, ਇਹ ਤਾਂ ਹੈ ਕਿ ਸਰੀਰ ਜਿਵੇਂ ਘੁਮਿਆਰ ਬਹੁਤ ਸਾਰੇ ਮਿੱਟੀ ਦੇ ਭਾਂਡੇ ਬਣਾ ਦਿੰਦਾ, ਇਸੇ ਤਰ੍ਹਾਂ ਮਾਲਿਕ ਨੇ ਇਹ 5 ਤੱਤਾਂ ਨੂੰ ਤਿਆਰ ਕਰਕੇ ਸਾਡੇ ਬਹੁਤ ਸਰੀਰ ਰੂਪੀ ਜੜ ਅਤੇ ਚੇਤਨ ਭਾਂਡੇ ਤਿਆਰ ਕੀਤੇ ਹੋਏ ਆ। ਮਿੱਟੀ ਮੁਸਲਮਾਨ ਕੀ ਪੇੜੈ ਕਿ ਪਈ ਘੁਮਿਆਰ, ਤੇ ਬ੍ਰਹਮ ਨੇ ਆਪਦੇ ਪੇੜੇ ਦੇ ਅੰਦਰ ਪਾ ਕੇ, ਜਿਵੇਂ ਘੁਮਿਆਰ ਮਿੱਟੀ ਦਾ ਵੱਡਾ ਪੇੜਾ ਬਣਾਉਂਦਾ, ਉਹਦੇ ਕਿੰਨੇ ਤਰ੍ਹਾਂ ਦੇ ਭਾਂਡੇ ਬਣਾ ਦਿੱਤੇ ਜਾਂਦੇ ਆ। ਇਹ ਮਾਲਕ ਪ੍ਰਮਾਤਮਾ ਨੇ ਵੀ ਉਸੇ ਮਿੱਟੀ ਦੇ ਸਾਡੇ ਬਹੁਤ ਤਰ੍ਹਾਂ ਦੇ ਸਰੀਰ ਬਣਾਤੇ, ਤੇ ਇਹ ਸਰੀਰ ਦਾ ਹੰਕਾਰ ਕੀ ਕਰਨਾ। ਤੇ ਮਹਾਰਾਜ ਸਮਝਾ ਰਹੇ ਆ, ਜਲ ਜਲ ਰੋਵੈ ਬੱਪੜੀ, ਝੜ ਝੜ ਪਵੈ ਅੰਗਿਆਰ। ਹੁਣ ਇਸੇ ਸਰੀਰ ਦੇ ਅੰਦਰ ਜਿਹੜੀ ਜੀਵ ਰੂਪੀ ਇਸਤਰੀ ਆ, ਜਿਉਂ ਹੀ ਇਹ ਪਰਮੇਸ਼ਰ ਦੇ ਨਾਲੋਂ ਟੁੱਟਦੀ ਆ, ਸੰਸਾਰ ਦੇ ਅੰਦਰ ਦੁੱਖ ਭੋਗ ਰਹੀ ਆ। ਜਲ ਜਲ ਰੋਵੈ ਬੱਪੜੀ, ਇਹ ਪਰਮੇਸ਼ਰ ਤੋਂ ਟੁੱਟੀ ਹੋਈ ਜੀਵ ਰੂਪੀ ਇਸਤਰੀ ਸੰਸਾਰ ਦੇ ਦੁੱਖਾਂ ਦੇ ਅੰਦਰ ਰੋ ਰਹੀ ਆ। ਝੜ ਝੜ ਪਵੈ ਅੰਗਿਆਰ, ਜਿਵੇਂ ਉਹ ਆਵੀ ਦੇ ਅੰਦਰ ਮਿੱਟੀ ਜਿਉਂ-ਜਿਉਂ ਸੁੱਕਦੀ ਆ, ਅੰਗਿਆਰੇ ਉੱਠਦੇ ਆ ਤੇ ਫੇਰ ਡਿੱਗਦੀ ਆ ਉੱਤੇ, ਇਸੇ ਤਰ੍ਹਾਂ ਦੁੱਖਾਂ ਦੇ ਅੰਦਰ ਹੋਰ ਦੁੱਖ ਵਧੀ ਜਾਂਦੇ ਆ। ਕਿਉਂਕਿ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਐਸਾ ਸਫ਼ਰ ਹੈ, ਕਈ ਵਾਰ ਐਸਾ ਸਮਾਂ ਬਣ ਜਾਂਦਾ, ਇੱਕ ਦੁੱਖ ਤੋਂ ਛੁਟਕਾਰਾ ਹੁੰਦਾ ਨਹੀਂ ਤੇ ਦੂਸਰਾ ਦੁੱਖ ਹੋਰ ਆ ਡਿੱਗਦਾ। ਅੰਗਿਆਰਾਂ ਵਾਂਗ ਜਿਵੇਂ ਅੱਗ ਨਾਲ ਕੋਈ ਬਲ ਰਿਹਾ, ਉਹਦੇ ਤੇ ਅੰਗਿਆਰ ਡਿੱਗ ਕੇ ਹੋਰ ਤੰਗ ਕਰਦੇ ਆ। ਪਾਤਸ਼ਾਹ ਕਹਿੰਦੇ ਜਲ ਜਲ ਰੋਵੈ ਬੱਪੜੀ, ਝੜ ਝੜ ਪਵੈ ਅੰਗਿਆਰ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੈ ਕਰਤਾਰ। ਕਹਿੰਦੇ ਜਿਹੜੇ ਇਹ ਮਾਲਕ ਨੇ, ਕਰਤੇ ਪੁਰਖ ਨੇ, ਇਹ ਸਾਰੇ ਸੰਸਾਰ ਦੀ ਰਚਨਾ ਬਣਾਈ ਆ। ਦੁੱਖਾਂ ਤੇ ਸੁੱਖਾਂ ਦੇ ਜੀਵ ਕੱਪੜੇ ਪਹਿਨ ਕੇ ਇਹ ਸੰਸਾਰ ਦੇ ਅੰਦਰ ਖੇਡ ਖੇਡ ਰਹੇ ਆ। ਇਹਨੂੰ ਵੀ ਹੁਣ ਮਾਲਕ ਹੀ ਜਾਣਦਾ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੈ ਕਰਤਾਰ। ਹੁਣ ਜਿਵੇਂ ਮਿੱਟੀ ਬਣਦੀ ਅੱਗ ਦੇ ਅੰਦਰ ਜਲਦੀ ਆ, ਉਹ ਪਕਾਣੀ ਨੂੰ ਪੁਕਾਰਦੀ ਆ, ਇਸੇ ਤਰ੍ਹਾਂ ਜੀਵ ਦੁੱਖਾਂ ਦੇ ਅੰਦਰ ਜਲਦਾ ਹੋਇਆ ਸੁੱਖਾਂ ਦੀ ਪੁਕਾਰ ਕਰਦਾ। ਪਰ ਸੁੱਖ ਵੀ ਉਹਨੂੰ ਮਿਲਣੇ ਆ ਜਿਹਦੇ ਤੇ ਪ੍ਰਮਾਤਮਾ ਨਜ਼ਰ ਕਰੂਗਾ। ਕਿਉਂਕਿ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਫਿਰ ਸੇਖ ਬ੍ਰਹਮ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਕਿਰਪਾ ਕਰਕੇ ਸਮਝਾਓ, ਉਸ ਬ੍ਰਹਮ ਦੀ, ਉਸ ਮਾਲਕ ਦੀ, ਉਹਦੇ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਆ। ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਪੌੜੀ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਕਿ ਇਸ ਮਾਲਕ ਦੇ ਬ੍ਰਹਮ ਦੀ ਪ੍ਰਾਪਤੀ ਵਾਸਤੇ, ਉਹਦੇ ਨਾਮ ਦੀ ਪ੍ਰਾਪਤੀ ਵਾਸਤੇ ਸਾਨੂੰ ਸਤਿਗੁਰ ਦੇ ਗਿਆਨ ਦੀ ਲੋੜ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਚਾਹੇ ਕੋਈ ਹਿੰਦੂ ਆ, ਚਾਹੇ ਕੋਈ ਮੁਸਲਮਾਨ ਆ, ਕੋਈ ਵੀ ਸੰਸਾਰ ਦਾ ਜੀਵ ਆ, ਉਹ ਜਿੰਨਾ ਚਿਰ ਸਤਿਗੁਰ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ, ਉਨਾ ਚਿਰ ਉਹਨੂੰ ਮਾਲਕ ਦੀ ਪ੍ਰਾਪਤੀ ਨਹੀਂ ਹੋਵੇਗੀ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਕਿਉਂਕਿ ਇਹ ਜਿਹੜਾ ਸਾਰਾ ਭੇਦ ਆ ਪਰਮੇਸ਼ਰ ਦੇ ਮਿਲਾਪ ਦਾ, ਤੇ ਉਹ ਸਤਿਗੁਰ ਦੇ ਰਾਹੀਂ ਸਾਨੂੰ ਮਿਲੇਗਾ। ਸਤਿਗੁਰ ਵਿੱਚ ਆਪ ਰਖਿਓਨ, ਮਾਲਕ ਨੇ ਆਪਣਾ ਭੇਦ ਸੱਚੇ ਸਤਿਗੁਰ ਦੇ ਅੰਦਰ ਰੱਖਿਆ ਹੋਇਆ, ਸੱਚੇ ਗੁਰੂ ਦੇ ਅੰਦਰ ਰੱਖਿਆ ਹੋਇਆ। ਪਰ ਕਰ ਪ੍ਰਗਟ ਆਖ ਸੁਣਾਇਆ। ਇਹ ਵੇਦਾਂ ਸ਼ਾਸਤਰਾਂ ਨੇ ਸਾਨੂੰ ਇਹ ਗੱਲ ਪ੍ਰਗਟ ਕਰਕੇ ਸੁਣਾ ਦਿੱਤੀ ਹੈ। ਕਿਉਂਕਿ ਬੰਦਾ ਆਪਦੇ ਇਕੱਲੇ ਗਿਆਨ ਨਾਲ, ਇਸੇ ਕਰਕੇ ਮਹਾਰਾਜ ਸਮਝਾਉਂਦੇ ਆ ਨਾ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਏਡੀ ਵੱਡੀ ਕਹਾਣੀ ਨੂੰ ਸਮਝਣ ਵਾਸਤੇ ਸਾਨੂੰ ਗੁਰੂ ਦੀ, ਸਤਿਗੁਰ ਦੀ ਲੋੜ ਹੈ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ।
ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਕਿਉਂਕਿ ਜਿਉਂ ਹੀ ਅਸੀਂ ਸਤਿਗੁਰ ਦੇ ਨਾਲ ਸਾਡੀ ਭੇਟਾ ਹੁੰਦੀ ਆ, ਅਸੀਂ ਸਤਿਗੁਰ ਦੀ ਸ਼ਰਨ ਦੇ ਅੰਦਰ ਆਉਂਦੇ ਆ, ਸਾਡੇ ਅੰਦਰ ਜਿਹੜਾ ਆ ਸੰਸਾਰ ਦਾ ਮੋਹ ਆ, ਜਿਹੜਾ ਸਾਨੂੰ ਉਸ ਸਾਡੇ ਮਾਲਕ ਦੇ ਨਾਲੋਂ ਤੋੜੇ ਹੀ ਬੈਠਾ। ਕਿਉਂਕਿ ਮੋਹ ਦਾ ਜਾਲ ਹੀ ਹੈ ਨਾ, ਜਿਹੜਾ ਮੋਹ ਹੈ ਸਾਨੂੰ ਸਾਡੇ ਮਾਲਕ ਵੱਲ ਕਦਮ ਨਹੀਂ ਪੁੱਟਣ ਦਿੰਦਾ, ਉਹਦਾ ਚੇਤਾ ਨਹੀਂ ਆਉਣ ਦਿੰਦਾ। ਸਾਰੀ ਜ਼ਿੰਦਗੀ ਮੋਹ ਦੀ ਫਾਹੀ ਦੇ ਅੰਦਰ ਜੀ ਵੱਜਿਆ ਹੋਇਆ। ਜਦੋਂ ਸਤਿਗੁਰ ਕਿਰਪਾ ਕਰਦੇ ਆ ਫਿਰ ਸਾਨੂੰ ਇਹ ਸਿਖਾਉਂਦੇ ਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ। ਸਤਿਗੁਰ ਉਹ ਆ ਜਿਹੜਾ ਸਾਡਾ ਸੰਸਾਰ ਦੇ ਨਾਲੋਂ ਮੋਹ ਤੜਾ ਕੇ ਆਪਣੇ ਮਾਲਕ ਪਰਮੇਸ਼ਰ ਦੇ ਨਾਲ ਪਵਾ ਦੇਵੇ। ਜਿਹੜਾ ਸਾਡਾ ਸੰਸਾਰ ਨਾਲ ਮੋਹ ਪਾਉਂਦਾ ਉਹਨੂੰ ਅਸੀਂ ਸਤਿਗੁਰ ਨਹੀਂ ਕਹਿ ਸਕਦੇ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਹਨ ਆਪਾਂ ਨੂੰ, ਕਹਿੰਦੇ ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਚੋਂ ਚਿੱਤ ਲਾਇਆ। ਹੁਣ ਸੰਸਾਰ ਦੇ ਅੰਦਰ ਬਹੁਤ ਤਰ੍ਹਾਂ ਦਾ ਗਿਆਨ ਧਰਮ ਦਾ ਦਿੱਤਾ ਜਾਂਦਾ, ਬਹੁਤ ਵਿਚਾਰਾਂ ਕੀਤੀਆਂ ਜਾਂਦੀਆਂ। ਸ਼ੇਖ ਬ੍ਰਹਮ ਨੇ ਬੇਨਤੀ ਕੀਤੀ, ਕਹਿੰਦੇ ਜੀ ਫਿਰ ਸਾਰਿਆਂ ਤੋਂ ਉੱਚੀ ਵਿਚਾਰ ਕਿਹੜੀ ਹੈ? ਜਿਵੇਂ ਅੱਜ ਵੀ ਬੜੇ ਤਰ੍ਹਾਂ ਤਰ੍ਹਾਂ ਦੇ ਧਰਮਾਂ ਵਾਲੇ ਬਹੁਤ ਸਾਰੇ ਪ੍ਰਚਾਰਕ ਲੋਕ ਨੇ, ਧਾਰਮਿਕ ਗ੍ਰੰਥਾਂ ਦੇ ਹਵਾਲੇ ਦੇ ਦੇ ਕੇ ਵਿਚਾਰਾਂ ਕਰਦੇ ਆ। ਇਹ ਸਾਰਿਆਂ ਤੋਂ ਉੱਤਮ ਵਿਚਾਰ ਕਿਹੜੀ ਹੈ? ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਤੋਂ ਚਿੱਤ ਲਾਇਆ। ਜਿਹੜੇ ਇਨਸਾਨ ਨੇ ਆਪਣੇ ਮਾਲਕ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜ ਲਿਆ, ਇਹ ਸਾਰਿਆਂ ਤੋਂ ਉੱਤਮ ਵਿਚਾਰ ਆ ਤੇ ਉੱਤਮ ਗਿਆਨ ਆ। ਜਗ ਜੀਵਨ ਦਾਤਾ ਪਾਇਆ, ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਜੀਵਨ ਦਾਨ ਦੇਣ ਵਾਲਾ, ਦਾਤਾਂ ਦੇਣ ਵਾਲਾ ਜਿਹੜਾ ਪਰਮੇਸ਼ਰ ਹੈ, ਉਹਦੀ ਪ੍ਰਾਪਤੀ ਕਰ ਲਈ। ਇਹ ਸਾਰਿਆਂ ਤੋਂ ਉੱਤਮ ਵਿਚਾਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਈ। ਸ਼ਲੋਕ ਮਹੱਲਾ ਪਹਿਲਾ ਅੱਗੇ ਸਮਝਾ ਰਹੇ ਆ। ਫਿਰ ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਇਹ ਜੀਵ ਸੰਸਾਰ ਦੇ ਅੰਦਰ ਜੰਮਦਾ ਮਰਦਾ ਕਿਉਂ ਆ, ਕਿਉਂ ਆਉਂਦਾ, ਕਿਉਂ ਇਹ ਸਾਰਾ ਜੀਵ ਦਾ ਖੇਡ ਕੀ ਹੈ? ਜੀਵਨ ਦੇ ਇਨਸਾਨ ਦੇ ਜੀਵਨ ਦੀ ਬਾਜੀ ਹਰਨ ਦਾ ਕਾਰਨ ਕੀ ਹੈ? ਹੁਣ ਪਾਤਸ਼ਾਹ ਅੱਗੇ ਆਪਾਂ ਨੂੰ ਸਮਝਾ ਰਹੇ ਆ। ਕਹਿੰਦੇ ਹਉ ਵਿੱਚ ਆਇਆ ਹਉ ਵਿੱਚ ਗਿਆ। ਕਹਿੰਦੇ ਇੱਕ ਹਉਮੈ ਦਾ ਕਾਰਨ ਹੈ, ਹਉਮੈ ਰੂਪੀ ਜਿਹੜੀ ਮਾਇਆ, ਇਹਦਾ ਕਰਕੇ ਜੀਵ ਆਉਂਦਾ ਤੇ ਹਉਮੈ ਦੇ ਅੰਦਰ ਗ੍ਰਸਿਆ ਹੋਇਆ ਹੀ ਇਹ ਸੰਸਾਰ ਤੋਂ ਚਲਿਆ ਜਾਂਦਾ। ਕਿਉਂਕਿ ਸਾਰਿਆਂ ਤੋਂ ਵੱਡਾ ਰੋਗ ਹੈ ਇਨਸਾਨ ਨੂੰ ਮੈਂ ਦਾ। ਅੱਜ ਬਹੁਤ ਵਾਰ ਜੀਵ ਵਿਚਾਰੇ ਕੋਸ਼ਿਸ਼ ਕਰਦੇ ਆ ਧਰਮ ਦੇ ਰਸਤੇ ਚੱਲ ਕੇ ਕਿ ਸਾਡੇ ਕਾਰਜ ਸਬਰ ਜਾਣ। ਮਹਾਰਾਜ ਜੀ ਕਹਿੰਦੇ ਪਰ ਹੰਕਾਰ ਛੱਡਦੇ ਨਹੀਂ। ਤੇ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਬ ਲਕ ਮੇਰੀ ਮੇਰੀ ਕਰੈ, ਤਬ ਲਕ ਕਾਜ ਨਾ ਏਕੈ ਸਰੈ। ਜਬ ਮੇਰੀ ਮਿਟ ਜਾਏ, ਤਾਂ ਪ੍ਰਭ ਕਾਜ ਸਵਾਰੇ ਆਏ। ਕਿ ਜਿੰਨਾ ਚਿਰ ਇਨਸਾਨ ਮੈਂ ਮੇਰੀ ਹਉਮੈ ਕਰ ਰਿਹਾ, ਉਨਾ ਚਿਰ ਇਹਦਾ ਕਾਰਜ ਨਹੀਂ ਜ਼ਿੰਦਗੀ ਦਾ ਸਵਰੇਗਾ। ਜਦ ਮੇਰੀ ਮਿਟ ਜਾਏ, ਤਾਂ ਪ੍ਰਭ ਕਾਜ ਸਵਾਰੇ ਆਏ। ਜਦੋਂ ਸਾਡੇ ਅੰਦਰੋਂ ਉਸ ਹਉਮੈ ਦਾ ਨਾਸ਼ ਹੋ ਗਿਆ, ਫਿਰ ਮਾਲਕ ਸਾਡੇ ਕਾਰਜ ਸਵਾਰਨ ਵਾਸਤੇ ਆਉਂਦਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਭਗਤ ਰਵਿਦਾਸ ਜੀ ਕਹਿੰਦੇ ਜਿੰਨਾ ਚਿਰ ਸਾਡੇ 'ਚ ਮੈਂ ਆ, ਉਨਾ ਚਿਰ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ। ਤੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਅਸੀਂ ਸੰਗਤ ਕਰਕੇ ਇਹ ਗਿਆਨ ਲੈ ਲਿਆ ਤੇ ਆਪਦੇ ਮਨ ਨੂੰ ਕੁੱਟ ਲਿਆ ਭਗਤੀ ਦੇ ਨਾਲ, ਗੁਰਮੰਤਰ ਦੇ ਨਾਲ, ਫਿਰ ਮਾਲਕ ਕਿਰਪਾ ਕਰਦਾ, ਜੀਵ ਦੇ ਅੰਦਰੋਂ ਹਉਮੈ ਖਤਮ ਹੁੰਦੀ ਹੈ। ਫਿਰ ਤੂੰ ਹੀ ਦੀ ਆਵਾਜ਼ ਦਿੰਦਾ। ਸਤਿਗੁਰੂ ਸਮਝਾ ਰਹੇ ਆ, ਕਹਿੰਦੇ ਦਾ ਕਾਰਨ ਹੈ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ।
ਇਹ ਮਾਇਆ ਹਉਮੈ ਦੇ ਪ੍ਰਭਾਵ ਕਰਕੇ ਜੀਵ ਸੰਸਾਰ ਦੇ ਅੰਦਰ ਜਨਮ ਲੈਂਦਾ ਤੇ ਇਹ ਮਾਇਆ ਦਾ ਜਿਹੜਾ ਪਰਛਾਵਾਂ ਹੈ, ਪ੍ਰਭਾਵ ਹੈ, ਜਨਮ ਤੋਂ ਲੈ ਕੇ ਹੀ ਜਿਉਂ ਹੀ ਸਾਡੀ ਮਾਤਾ ਦੇ ਗਰਭ ਚੋਂ ਬਾਹਰ ਲਿਵ ਟੁੱਟਦੀ ਹੈ, ਉਦੋਂ ਹੀ ਸਾਡੇ ਤੇ ਮਾਇਆ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ। ਹੁਣ 84 ਲੱਖ ਜੂਨ ਦੀ ਸਰਦਾਰੀ ਹੈ, ਜੇ ਤਾਂ ਇਹਦੇ ਅੰਦਰ ਗੁਰੂ ਦੀ ਮੱਤ ਲੈ ਕੇ ਇਹ ਮਾਇਆ ਦੇ ਪ੍ਰਭਾਵ ਚੋਂ ਨਿਕਲ ਕੇ ਬ੍ਰਹਮ ਦੇ ਨਾਲ ਪਿਆਰ ਪਾ ਲਿਆ ਤਾਂ ਵੱਖਰੀ ਗੱਲ ਹੈ। ਨਹੀਂ, ਕਹਿੰਦੇ ਹਉਮੈ ਦਾ ਕਰਕੇ ਜਾਇਆ ਜਨਮ ਲਿਆ ਸੀ ਤੇ ਹਉਮੈ ਦੇ ਅੰਦਰ ਹੀ ਮਰ ਗਿਆ। ਅਖੀਰਲੇ ਦਮ ਤੱਕ ਆਪਦੀ ਹਉਮੈ, ਆਪਦਾ ਮਾਇਆ ਦਾ ਜਿਹੜਾ ਪ੍ਰਭਾਵ ਆ ਇਹ ਛੱਡਦਾ ਨਹੀਂ ਹੈ। ਪਹਿਲੀ ਤਾਂ ਗੱਲ ਪਦਾਰਥਾਂ ਦਾ ਪ੍ਰਭਾਵ ਨਹੀਂ ਹਟਦਾ, ਫਿਰ ਪਰਿਵਾਰਾਂ ਦਾ ਪ੍ਰਭਾਵ ਨਹੀਂ ਹਟਦਾ, ਫਿਰ ਸਾਡੇ ਸਰੀਰ ਦਾ ਪ੍ਰਭਾਵ ਸਾਡੇ ਤੇ ਪਿਆ ਰਹਿੰਦਾ, ਕਿਉਂਕਿ ਇਹਦਾ ਮੂਲ ਵੀ ਮਾਇਆ, ਇਹ ਸਰੀਰ ਸਭ ਮੂਲ ਹੈ ਮਾਇਆ। ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਇਹ ਹੁਕਮ ਕੀਤਾ ਕਿ ਇੰਨਾ ਭਾਈ ਗੁਰੂ ਦੀ ਮੱਤ ਲੈ ਕੇ ਮਿਹਨਤ ਕਰ ਲੋ, ਸੁਰਤੀ ਜਿਉਂ ਉੱਪਰ ਉਠਾ ਲੋ ਪ੍ਰਮਾਤਮਾ ਦੇ ਨਾਮ ਨਾਲ ਜੋੜ ਕੇ, ਕਿ ਤੁਹਾਡਾ ਸਰੀਰ ਦੇ ਨਾਲ ਵੀ ਮੋਹ ਨਾ ਰਵੇ। ਤੇ ਨਹੀਂ ਫਿਰ ਇਹੀ ਕਾਰਨ ਪਾਤਸ਼ਾਹ ਕਹਿੰਦੇ ਹਉਮ ਵਿੱਚ ਜੰਮਿਆ, ਹਉਮ ਵਿੱਚ ਮੂਆ, ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ। ਹੁਣ ਪਾਤਸ਼ਾਹ ਅੱਗੇ ਸਮਝਾ ਰਹੇ ਆ ਕਿ ਬਹੁਤ ਸਾਰੇ ਜੀਵ ਇੱਥੇ ਪੁੰਨ ਦਾਨ ਆਦਿ ਕਰਦੇ ਆ ਤੇ ਉਹ ਕਹਿੰਦੇ ਜੀ ਅਸੀਂ ਕਿਸੇ ਗਰੀਬ ਦੀ ਮਦਦ ਕਰਤੀ, ਕਿਸੇ ਨੂੰ ਦਾਨ ਦਿੱਤਾ। ਹੁਣ ਇੱਥੇ ਵੀ ਜਿਹੜਾ ਪ੍ਰਭਾਵ ਆ ਮਾਇਆ ਛੱਡਦੀ ਨਹੀਂ ਹੈ। ਉਹ ਕਹਿੰਦਾ ਜੀ ਮੈਂ ਦਿੱਤਾ, ਮੈਂ ਆਪਦੀ ਮਾਇਆ ਚੋਂ ਦਿੱਤਾ, ਤੇ ਜੇ ਦੇਣ ਵਾਲਾ ਕਦੇ ਉਹਦਾ ਸਤਿਕਾਰ ਨਹੀਂ ਕਰਦਾ ਤਾਂ ਉਹ ਤੋਂ ਵਾਪਸ ਵੀ ਲੈ ਲੈਂਦਾ। ਬਹੁਤ ਸਾਰੇ ਲੋਕ ਐਸੇ ਆ ਜਿਹੜੇ ਕਿਸੇ ਨੂੰ ਦੇ ਦਿੰਦੇ ਆ ਕੋਈ ਧਨ ਵਗੈਰਾ ਜਾਂ ਕੋਈ ਵਸਤੂ ਵੀ ਆ ਲੈ ਜਾ ਭਾਈ, ਤੇ ਕਈ ਵਾਰ ਫਿਰ ਹਉਮੈ ਦੇ ਅੰਦਰ ਆ ਕੇ ਕਿ ਇਹਨੇ ਮੇਰਾ ਸਤਿਕਾਰ ਨਹੀਂ ਕੀਤਾ, ਵਾਪਸ ਮੰਗਾ ਲੈਂਦੇ ਆ। ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਹਉਮੈ ਦੇ ਅੰਦਰ ਜੀਵ ਕਰਦਾ ਰਹਿੰਦਾ, ਪੁੰਨ ਦਾਨ ਕਰਦਾ, ਫਿਰ ਲੋਕਾਂ ਨੂੰ ਵਿਖਾਉਂਦਾ ਬਈ ਮੇਰੇ ਵਰਗਾ ਕੌਣ ਆ ਜੀ। ਮਹਾਰਾਜ ਕਹਿੰਦੇ ਫਿਰ ਇਹ ਸਾਰਾ ਕੁਝ ਹਉਮੈ ਦਾ ਕਰਕੇ ਇਹਦਾ ਨਾਸ਼ ਹੋ ਰਿਹਾ। ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ, ਹਉਮ ਵਿੱਚ ਖੱਟਿਆ, ਹਉਮ ਵਿੱਚ ਗਿਆ। ਪਰਮਾਤਮਾ ਦੇ ਗਿਆਨ ਤੋਂ ਦੂਰ ਹੋਣ ਕਰਕੇ ਬਹੁਤ ਸਾਰੇ ਜੀਵ ਆਰਥਿਕ ਪੱਖ ਤੋਂ ਤਰੱਕੀ ਕਰ ਲੈਂਦੇ ਆ। ਇਹ ਤਾਂ ਸਮਝਦੇ ਨਹੀਂ, ਇਹ ਤਾਂ ਕੋਈ ਮਾਲਕ ਦੀ ਖੇਡ ਆ, ਕੋਈ ਪੂਰਬਲਾ ਕਰਮ ਜਿਹਦਾ ਕਰਕੇ ਉਹਨੇ ਸਾਨੂੰ ਇਹ ਪਦਾਰਥ ਦਿੱਤਾ ਤੇ ਉਹ ਹਉਮੈ ਕਰ ਜਾਂਦੇ ਆ ਕਿ ਜੀ ਇਹ ਤਾਂ ਸਾਡੀ ਸਿਆਣਪ ਨਾਲ, ਅਸੀਂ ਬੜੇ ਮਿਹਨਤੀ ਆ, ਅਸੀਂ ਬੜੇ ਦਿਮਾਗੀ ਆ, ਅਸੀਂ ਬੜੇ ਅੱਛੇ ਢੰਗ ਨਾਲ ਕੰਮ ਕਰਦੇ ਹਾਂ। ਹਉ ਹਉ ਕਰਕੇ ਸੰਸਾਰ ਦੇ ਬਹੁਤ ਸਾਰੇ ਪਦਾਰਥ ਇਕੱਠੇ ਕਰ ਲੈਂਦੇ ਆ ਕਿਸੇ ਨਾ ਕਿਸੇ ਵਿਧੀ ਦੁਆਰਾ, ਜਿਹੋ ਜਿਹਾ ਕਿਸੇ ਦਾ ਕਾਰਜ, ਤੇ ਉਹ ਹਉਮੈ ਇੰਨੀ ਚਲੀ ਜਾਂਦੀ ਆ ਤੇ ਹਉਮੈ ਦੇ ਅੰਦਰ ਹੀ ਇਹ ਸਾਰਾ ਕੁਛ ਉਹਨਾਂ ਦੇ ਦੇਖਦਿਆਂ ਦੇਖਦਿਆਂ ਗੁਆਚ ਜਾਂਦਾ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੇ ਆਪਦੇ ਜੀਵਨ ਦੇ ਅੰਦਰ ਬਹੁਤ ਪਦਾਰਥ ਇਕੱਠਾ ਕੀਤਾ ਹੁੰਦਾ ਤੇ ਸਮਾਂ ਕਈ ਵਾਰ ਇਹੋ ਜਿਹੇ ਮੋੜ ਤੇ ਆ ਜਾਂਦਾ, ਉਹਨਾਂ ਦੇ ਬੈਠਿਆਂ ਬੈਠਿਆਂ ਹੀ ਸਾਰਾ ਕੁਝ ਚਲਿਆ ਜਾਂਦਾ ਹੈ। ਕਿਉਂਕਿ ਹਉਮੈ ਇੰਨੀ ਆ, ਜੇ ਤਾਂ ਇੱਥੇ ਤੱਕ ਗਿਆਨ ਹੋਵੇ ਕਿ ਇਹ ਤਾਂ ਮਾਲਕ ਦੀਆਂ ਦਾਤਾਂ ਨੇ, ਦਾਤ ਹੈ ਦਾਤ ਰੱਖੀ ਹੱਥ ਆਪਣੇ, ਉਹਨੇ ਜਦੋਂ ਕਿਸੇ ਨੂੰ ਤਰੱਕੀ ਦੇਣੀ ਆ ਉਹ ਜਿਹਾ ਵਿਚਾਰ ਬਣਾਉਣ ਦਾ। ਪਰ ਇੱਥੇ ਬਹੁਤ ਵਾਰ ਜੀਵ ਹਉਮੈ ਦੇ ਨਾਲ ਦੂਸਰਿਆਂ ਨੂੰ ਮੂਰਖ ਬਣਾ ਬਣਾ ਕੇ, ਦੂਸਰਿਆਂ ਦੇ ਹੱਕਾਂ ਤੇ ਡਾਕੇ ਮਾਰ ਮਾਰ ਕੇ, ਹੱਕ ਪਰਾਇਆ ਨਾਨਕਾ ਉਸ ਸੂਰਤ ਗਾਏ, ਬੇਈਮਾਨੀਆਂ, ਠੱਗੀਆਂ, ਲੁੱਟ ਖੋਹ, ਬੜਾ ਕੁਝ ਕਰਦਾ ਜੀ ਤੇ ਬਹੁਤ ਕੁਝ ਇਕੱਠਾ ਕਰ ਲਿਆ। ਤੇ ਫਿਰ ਉਹ ਕਹਿੰਦਾ ਜੀ ਮੇਰੇ ਵਰਗਾ ਕੋਈ ਸਿਆਣਾ ਨਹੀਂ, ਕੋਈ ਇੱਕ ਅੱਧਾ ਪਰਿਵਾਰ ਦਾ ਮੈਂਬਰ, ਕੋਈ ਧੀ ਪੁੱਤਰ ਜਾਂ ਹੋਰ ਗਲਤ ਰਸਤੇ ਪੈ ਜਾਂਦਾ ਤੇ ਸਾਰਾ ਕੁਝ ਉਹਦੀ ਸਿਆਣਪ ਦੇ ਸਾਹਮਣੇ ਸੰਸਾਰ ਤੋਂ ਚਲਿਆ ਜਾਂਦਾ। ਹਉਮ ਵਿੱਚ ਖੱਟਿਆ, ਹਉਮ ਵਿੱਚ ਗਿਆ। ਇਹ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਹਉਮ ਵਿੱਚ ਜੰਮਿਆ, ਹਉਮ ਵਿੱਚ ਖੱਟਿਆ, ਹਉਮ ਵਿੱਚ ਗਿਆ, ਹਉਮ ਵਿੱਚ ਸਚਿਆਰ ਕੁੜਿਆਰ। ਕਹਿੰਦੇ ਕਈ ਜੀਵ ਸਿਆਣੇ ਆ ਥੋੜੇ ਜਿਹੇ ਦੁਨੀਆਦਾਰੀ ਦੇ ਪੱਖ ਤੋਂ,
ਤੇ ਉਹ ਆਪਦੀ ਸਿਆਣਪ ਦਾ ਬਹੁਤ ਜ਼ਿਆਦਾ ਹੰਕਾਰ ਕਰ ਲੈਂਦੇ ਆ। ਵੈਸੇ ਤਾਂ ਜ਼ਿਆਦਾ ਜਿਹੜਾ ਆਪਦੇ ਆਪ ਨੂੰ ਚਤਰ ਬੁੱਧੀ ਵਾਲਾ ਇਨਸਾਨ ਕਹਾਉਂਦਾ ਤੇ ਉਹਦੇ ਲਈ ਮੁਸ਼ਕਲ ਹੀ ਜੀਵਨ ਚ ਵਾਲੀ ਰਹਿੰਦੀ ਆ। ਬਹੁਤ ਸਿਆਣਪ ਜੰਮ ਕਾ ਭਉ ਵਿਆਪੈ। ਉਹ ਨਾ ਤਾਂ ਪਰਿਵਾਰ ਦੀ ਗੱਲ ਮੰਨਦਾ, ਨਾ ਕਿਸੇ ਸੱਜਣ ਮਿੱਤਰ ਦੀ ਗੱਲ ਮੰਨਦਾ, ਤੇ ਨਾ ਉਹ ਇੰਨਾ ਕਹਿੰਦਾ ਮੈਂ ਸਿਆਣਾ ਉਹ ਗੁਰੂ ਦੀ ਗੱਲ ਹੀ ਮੰਨਦਾ। ਜਿਵੇਂ ਆਮ ਜੀਵਨ ਦਾ ਅੱਜ ਸੁਭਾਅ ਬਣ ਗਿਆ, ਕਹਿੰਦੇ ਜੀ ਕੀ ਲੋੜ ਆ ਸੇਵਾ ਕਰਨ ਦੀ, ਸਿਮਰਨ ਕਰਨ ਦੀ, ਬਾਣੀ ਪੜ੍ਹਨ ਦੀ, ਅੰਮ੍ਰਿਤ ਛਕਣ ਦੀ, ਅਸੀਂ ਤਾਂ ਬਹੁਤ ਸਿਆਣੇ ਆ, ਚਾਰ ਬੰਦੇ ਸਾਡੀ ਗੱਲ ਸੁਣਦੇ ਆ। ਤੇ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਇਹ ਸਿਆਣਪ ਦੀ ਹਉਮੈ ਨੇ ਕੰਮ ਖਰਾਬ ਕਰਤਾ। ਤੇ ਸਚਿਆਰਾ ਕਿਹੜਾ ਜੀਵ ਆ ਜਿਹੜਾ ਮਾਲਕ ਦੇ ਹੁਕਮ ਚ ਚੱਲਦਾ। ਕਿਬ ਸਚਿਆਰਾ ਹੋਈ ਹੈ ਕਿਬ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਉਹਨਾਂ ਦੀ ਹਉਮੈ ਚ ਸਿਆਣਪ, ਹਉ ਵਿੱਚ ਸਚਿਆਰ ਕੁੜਿਆਰ। ਤੇ ਕਈ ਵਾਰ ਉਹ ਇੰਨੇ ਮਾੜੇ ਕਰਮਾਂ ਚ ਗ੍ਰਸਤ ਹੋ ਜਾਂਦੇ ਆ, ਫੇਰ ਵੀ ਮੰਨਣ ਨੂੰ ਤਿਆਰ ਨਹੀਂ। ਕੰਮ ਉਹ ਮਾੜੇ ਕਰ ਰਹੇ ਆ, ਪਰ ਉਹਨਾਂ ਦੇ ਅੰਦਰ ਇੰਨੀ ਹਉਮੈ, ਕਹਿੰਦੇ ਜੀ ਸਾਡੇ ਜਿੰਨਾ ਤਾਂ ਕੋਈ ਸਿਆਣਾ ਹੀ ਨਹੀਂ ਹੈ। ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ ਅੱਗੋਂ ਗੱਲ ਨੂੰ ਆਉਂਦੇ ਆ। ਸੰਸਾਰ ਦਾ ਖੇਡ ਐਸਾ ਤਾਂ ਬਚਪਨ ਤੋਂ ਬੱਚਿਆਂ ਦਾ ਦੇਖ ਲਓ, ਅੱਜ ਸਮਾਂ ਇਹੋ ਜਿਹੇ ਮੋੜ ਤੇ ਆ, ਜੇ ਮਾਂ ਬਾਪ ਉਹਨਾਂ ਨੂੰ ਕਿਸੇ ਗਲਤ ਰਸਤੇ ਤੋਂ ਰੋਕਦੇ ਆ, ਅੱਗੋਂ ਔਖੇ ਬੋਲਦੇ ਆ, ਕਿਉਂਕਿ ਇੰਨੀ ਹਉਮੈ ਭਰ ਗਈ ਵੀ ਸਾਡੇ ਵਰਗਾ ਕਿਹੜਾ ਸਿਆਣਾ। ਪਾਤਸ਼ਾਹ ਕਹਿੰਦੇ ਸੰਸਾਰ ਦਾ ਚੱਕਰ ਚੱਲ ਰਿਹਾ, ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਕਹਿੰਦੇ ਹਉਮੈ ਵਿੱਚ ਹੀ ਪਾਪਾਂ ਤੇ ਪੁੰਨਾਂ ਦੀ ਵਿਚਾਰ ਹੋ ਰਹੀ ਹੈ। ਕੋਈ ਜੀਵ ਪੁੰਨੀ ਆ, ਉਹ ਪਾਪੀਆਂ ਨੂੰ ਵੇਖ ਵੇਖ ਕੇ ਹਉਮੈ ਕਰੀ ਜਾਂਦਾ ਕਿ ਜੀ ਮੇਰਾ ਤਾਂ ਆਪਣਾ ਬਹੁਤ ਅੱਛਾ ਜੀਵਨ, ਦੂਜੇ ਤਾਂ ਸਾਰੇ ਪਾਪੀ ਤੁਰੇ ਫਿਰਦੇ ਆ। ਜਿਹੜਾ ਕੋਈ ਪਾਪੀ ਆ ਉਹ ਕਹਿੰਦਾ ਜੀ ਕਿਹੜਾ ਰੱਬ, ਮੈਂ ਨਹੀਂ ਜਾਣਦਾ। ਇੱਥੇ ਅੱਗਾ ਕਿਸੇ ਨੇ ਵੇਖਿਆ ਤੇ ਉਹ ਪਾਪ ਕਰਦੇ, ਹੰਕਾਰ ਦੇ ਅੰਦਰ ਹੋਏ ਫਿਰਦੇ ਆ। ਤਾਂ ਸਤਿਗੁਰੂ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਆ ਕਿ ਪਾਪ ਪੁੰਨ ਦੀ ਵਿਚਾਰ ਤੱਕ ਵੀ ਤੇ ਜੀਵ ਆ ਜਿਹੜਾ ਉਹ ਹਉਮੈ ਦੇ ਅੰਦਰ ਹੀ ਚੱਲ ਰਿਹਾ। ਹਉ ਵਿੱਚ ਪਾਪ ਪੁੰਨ ਵਿਚਾਰ ਤੇ ਹਉ ਵਿੱਚ ਨਰਕ ਸੁਰਗ ਅਵਤਾਰ। ਹਉਮੈ ਦੇ ਵਿੱਚ ਹੀ ਮਹਾਰਾਜ ਕਹਿੰਦੇ ਕਈਆਂ ਦਾ ਨਰਕ ਵਰਗਾ ਜੀਵਨ, ਪਰ ਉਹ ਹਜੇ ਵੀ ਆਪਦੀ ਹਉਮੈ ਨਹੀਂ ਛੱਡਦੇ। ਕਈਆਂ ਦਾ ਥੋੜਾ ਬਹੁਤ ਕੋਈ ਸੁਖਾਲਾ ਜੀਵਨ, ਉਹ ਇਹਦੀ ਹਉਮੈ ਕਰੀ ਜਾਂਦੇ ਆ। ਮਹਾਰਾਜ ਕਹਿੰਦੇ ਇਹ ਹਉਮੈ ਦੀ ਮਾਇਆ ਦਾ ਪ੍ਰਭਾਵ ਕਰਕੇ ਹੀ ਜੀਵ ਸੰਸਾਰ 'ਚ ਨਰਕ ਸੁਰਗ ਭੋਗ ਰਿਹਾ। ਤੇ ਇਸੇ ਕਰਕੇ ਹੀ ਫਿਰ ਸੰਸਾਰ ਛੱਡਣ ਤੋਂ ਬਾਅਦ ਤੇ ਅੱਗੇ ਇਹ ਫਿਰ ਭੋਗਦੇ ਆ। ਹੁਣ ਪਾਪੀ ਜੀਵ ਆ, ਉਹ ਕਹਿੰਦੇ ਜੀ ਨਰਕ ਕਿਹੜਾ ਕਿਸੇ ਨੇ ਵੇਖਿਆ। ਤੇ ਸਤਿਗੁਰੂ ਪਾਤਸ਼ਾਹ ਆਪਾਂ ਨੂੰ ਪਾਪ ਕਰਮਾਂ ਵਾਲਿਆਂ ਦੀ ਸਜ਼ਾ ਸਮਝਾਉਂਦੇ ਆ। ਕਹਿੰਦੇ ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆਂ ਤਿਉ ਮੱਥੇ ਧਰਮ ਰਾਏ। ਕਹਿੰਦੇ ਜਿਹੜੇ ਪਾਪੀ ਲੋਕ ਆ ਉਹਨਾਂ ਦੀ ਐਸੀ ਦਸ਼ਾ ਹੁੰਦੀ ਹੈ, ਜਦੋਂ ਪਾਪ ਕੀਤੇ ਦੀ ਫਿਰ ਦੁੱਖ ਭੋਗਦੇ ਆ, ਹਾਏ ਹਾਏ ਕਰਦੇ ਆ। ਨਾਨਕ ਜਿਉ ਮਥਨ ਮਧਾਣੀਆਂ, ਕਹਿੰਦੇ ਜਿਵੇਂ ਦਹੀਂ ਮਧਾਣੀ ਨੂੰ ਮਥਦੀ ਆ, ਇਸ ਤਰ੍ਹਾਂ ਪਾਪੀ ਜੀਵਾਂ ਦੀ ਸਜ਼ਾ ਦੱਸੀ ਜਾ ਰਹੀ ਹੈ। ਹਉ ਵਿੱਚ ਨਰਕ ਸੁਰਗ ਅਵਤਾਰ। ਤੇ ਕਈ ਜੀਵ ਥੋੜੀ ਬਹੁਤੀ ਮਿਹਨਤ ਕਰ ਲੈਂਦੇ ਆ। ਜਿਵੇਂ ਗੁਰਮਤਿ ਦਾ ਜਿਹੜਾ ਗਹਿਰਾ ਗਿਆਨ ਉਹ ਸਾਨੂੰ ਸਤੋ ਗੁਣ ਤੋਂ ਵੀ ਉੱਪਰ ਚੱਕਣਾ ਚਾਹੁੰਦਾ। ਸਤੋ ਗੁਣ, ਰਜੋ ਗੁਣ, ਤਮੋ ਗੁਣ। ਜੀਵ ਤਮੋ ਗੁਣੀ ਨੇ, ਰਜੋ ਗੁਣੀ ਨੇ, ਧਰਮ ਦੇ ਰਸਤੇ ਚੱਲ ਕੇ ਸਤੋ ਗੁਣ ਤੇ ਪਹੁੰਚ ਗਏ। ਉਹ ਕਹਿੰਦੇ ਜੀ ਅੱਗੇ ਨਹੀਂ ਕੁਝ ਕਰਨ ਦੀ ਲੋੜ। ਜਿਵੇਂ ਆਮ ਸੁਭਾਵਕ ਬਣ ਗਿਆ ਸਾਡਾ ਸੁਭਾਅ ਵੀ ਇਨਸਾਨ 'ਚ ਚੰਗੇ ਗੁਣ ਹੋਣੇ ਚਾਹੀਦੇ ਆ ਤੇ ਹੋਰ ਨਹੀਂ ਕੁਝ ਕਰਨ ਦੀ ਲੋੜ। ਉਹ ਫਿਰ ਕੀ ਹੁੰਦਾ, ਉਹ ਥੋੜੀ ਬਹੁਤੀ ਮਿਹਨਤ ਤਾਂ ਕਰਦੇ ਆ, ਸਵਰਗ ਵਰਗਾ ਜੀਵਨ ਮਿਲ ਜਾਂਦਾ, ਜਾਂ ਆ ਤੋਂ ਬਾਅਦ ਸਵਰਗ 'ਚ ਚਲੇ ਜਾਂਦੇ ਆ। ਉੱਥੋਂ ਫੇਰ ਜੰਮਣ ਮਰਨ ਦਾ ਚੱਕਰ ਆ। ਤੇ ਗੁਰੂ ਨਾਨਕ ਦਾ ਘਰ ਸਾਨੂੰ ਇਹ ਕਹਿੰਦਾ ਕਿ ਇਹ ਸਤੋ ਗੁਣ ਤੋਂ ਤੱਕ ਮਾਈ ਦਾ ਪ੍ਰਭਾਵ ਆ। ਰਜ ਗੁਣ, ਤਮ ਗੁਣ, ਸਤਗੁਣ ਕਹੀ ਹੈ ਇਹ ਤੇਰੀ ਸਭ ਮਾਇਆ,
चौथे पद को जो नर जीने तिनी परम पद पाया। कि ये तिन्ने गुण माया दे प्रभाव च ने, जिन्ना चिर इन्हां तो उपर नहीं उठते, चौथे पद के अंदर नहीं चलते, उन्ना चिर तुहानू मोक्ष की प्राप्ति नहीं। ते जी महाराज कहते हउमे दे अंदर ही, जिवें आम ही हुण तां लोकां दा सुभाव आ, कहंदा जी किहड़ा विखे, किहड़ा चौथा पद, किहड़ा नाम, बस थोड़े बहुते गुण होने चाहिए। महाराज जी कहते ये भी हउम ही है। हौं विच नरक सुरग अवतार, हौं विच हसै, हौं विच रोवै। महाराज जी कहते जीव हउमे दे अंदर ही हसदा ते हउमे दे अंदर ही रोंदा, क्योंकि जीवन का सफर है। कई बार जीव नूं खुशी मिल जाती है, फिर बड़ा उच्ची उच्ची हसदा, ते कई बार फिर जो कोई हउमे का करके संसार के अंदर तकलीफ आती है, फिर हउमे ही रोण का कारण बन जाती है। बहुत लोग रोंदे है जो कोई समा इहो जे मोड़ ते आ जाता, कोई शरीर नूं बीमारी लग गई, कोई औलाद नहीं कहने च रही, कोई पैसा नहीं कम आया, ते साडी हउमे फिर, क्योंकि पहला तो हउमे आ भी मेरे कोले तां दुनिया का बहुत धन खुश हो रहा, जो फिर कोई भी पदार्थ कम नहीं आता, कहते यही हउमे रोण का कारण बन गई। हौं विच रोवै हसै, हौं विच रोवै, हौं विच भरीए, हौं विच धोवै। कहते हउमे दे अंदर ही फिर अपने मन नूं पापां दे नाल भर लैंदा, पापां दी मत दे नाल भर लैंदा, फिर आप दी हउमे ची पुनदान वगैरह करदा कि मैं धो रहा। महाराज जी कहते इउं थोड़ो धोते जाणगे, भर गए मत पापां के संग ओ धोपै, नावे के रंग। हुण गुरु की मत लैंदा नहीं, कहना मैं हंकार च, मैं तां सियाणा, ते ओ फिर होर साधना नाल तां यतन करदा। महाराज जी कहते हउमे च धोंदा फिरदा, धोते नहीं जांदे। हुण जिवें लोग कईयां दा सुभाव बनिया भी ठगियां ठोरियां मारो, 2 नंबर का पैसा इकट्ठा करो, वो चो दान कर दो, साडे पाप उतर गए। महाराज कहते सारी हउमे का कारण ही। हौं विच भरी है, हौं विच धोवै, हौं विच जाति जिनसी खोवै। कहते हउमे दे विच ही फिर कई बार ये जीव जिहड़ी उत्तम इहदी जात आ मनुख दी, मानस की जात वै एक है पहचान वो जिनस, ये सारा कुछ कहते हउमे दे अंदर ही गवा लैंदा जदों बंदियां वाले काम करदा नहीं। हौं विच जाति जिनसी खोवै, ते हौं विच महाराज ने फिर अखीर ते इत्थे लिआंदा, कहते हौं विच मूर्ख, हौं विच सियाणा। इहदी हउमे ही इहनूं मूर्ख बना दिंदी है। मूर्ख बंदा नहीं मनदा भी मैं कमला, वो कहना मेरे वर्गा नहीं कोई सियाणा, ते हौं विच सियाणा। ते कईयां नूं भी थोड़ा बहुत महाराज ने मत बुद्ध भी बख्शी हुंदी है दुनियादारी दी, वो कहना मेरे वर्गा नहीं सियाणा। पर सतगुरु पातशाह पता की कहंदे, ये हउमे च मूर्ख बन गया, हउमे च सियाणा बन गया, क्योंकि मोख मुक्त की सार ना जाना। इहने मुक्ति का जिहड़ा दर जो मानस जामे दे अंदर जरूरी है, जम्मण मरण का चक्कर कटना, ਉਹਦੀ ਸਾਰ ਨੂੰ नहीं जानिया, समझे ही नहीं, आपदे आप ही मूर्ख बनया फिरदा। हउमे ची सियाणा आम भी कह दिंदे आपां भी है तां मूर्ख जे ही, आपदे आप नूं बाहला सियाणा समझी फिरदा। महाराज कहंदे सारा ये हउमे दा कारण ही है। हौं विच मूर्ख, हौं विच सियाणा, मोख मुक्त की सार ना जाना। हौं विच माया, हौं विच छाया, हउमे कर कर जंत अपाया। महाराज कहते हउमे दे विच ये माया दे प्रभाव थले, उहदा माया ते उहदी छां है, उहदा प्रभाव। जिवें दरख्त उहदी छां थले आ जाने, दरख्त का प्रभाव है। साडा मन परमात्मा तो टुट के माया के प्रभाव च ते उहदी छां दे अंदर ही खेड रहा। हौं विच माया, हौं विच छाया, हउमे कर कर जंत अपाया। कहते हउमे का कारण ही परमात्मा नूं फिर इन्हां जीव जंतुआं दे अंदर ये भेजना पैंदा साडे मन नूं। फिर उन्हें पुछया शेख ब्रह्म ने, कहते जी फिर वो मालिक दे दर दी सूझी किवें प्राप्त होवे, जिहड़े दर ते जाके मोक्ष मिलदी है, सानूं शांति मिलदी है। उन्होंने फिर समझाया, पातशाह गुरु नानक साहब कहते हउमे बुझै
ਤਾਂ ਦਰ ਸੁਝੈ, ਗਿਆਨ ਬਹੂਣਾ ਕਥ ਕਥ ਦੂਜੈ। ਕਹਿੰਦੇ ਜਿੰਨਾ ਚਿਰ ਜੀ ਪ੍ਰਮਾਤਮਾ ਦੀ ਬੰਦਗੀ ਕਰਕੇ ਹਉਮੈ ਨੂੰ ਨਹੀਂ ਨਾ ਦੂਰ ਕਰਦਾ, ਉਨਾ ਚਿਰ ਉਹ ਮਾਲਕ ਦੇ ਦਰ ਦੀ ਸੋਝੀ ਨਹੀਂ ਆਉਂਦੀ। ਹਉਮੈ ਬੁਝੈ ਤਾਂ ਦਰ ਸੁਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਕਹਿੰਦੇ ਹੁਣ ਜੀਵ ਨੇ ਗਿਆਨ ਤਾਂ ਇਕੱਠਾ ਕਰ ਲਿਆ ਧਰਮ ਦਾ, ਹਉਮੈ ਦੂਰ ਨਹੀਂ ਹੋਈ, ਤੇ ਉਹ ਫਿਰ ਧਰਮ ਦੇ ਗਿਆਨ ਨਾਲ ਹੀ ਇੱਕ ਦੂਜੇ ਨਾਲ ਲੜੀ ਜਾਂਦੇ ਆ। ਜਿਵੇਂ ਹੁਣ ਆਪਾਂ ਵੇਖਦੇ ਹਾਂ ਕਿੰਨਾ ਕੁਝ ਲੜਾਈ ਹੋਈ ਜਾਂਦੀ ਹੈ ਧਰਮ ਦੇ ਨਾਂ ਤੇ, ਕਿਉਂਕਿ ਜਿਹੜਾ ਗਿਆਨ ਪ੍ਰਾਪਤ ਕਰਕੇ ਹਉਮੈ ਖਤਮ ਕਰਨੀ ਸੀ ਤਾਂ ਕਰੀ ਨਹੀਂ, ਨਾ ਉਹ ਮਾਲਕ ਦੇ ਦਰ ਦਾ ਭੇਦ ਆਇਆ। ਹਉਮੈ ਬੁਝੇ ਤਾਂ ਦਰ ਸੂਝੇ, ਗਿਆਨ ਵਿਹੂਣਾ। ਉਹ ਆਪਦੇ ਧਰਮ ਦਾ ਗਿਆਨ ਦੱਸ ਕੇ ਲੋਕਾਂ ਨਾਲ ਲੜਾਈਆਂ ਖੜੀਆਂ ਕਰੀ ਜਾਂਦਾ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵਿਖੈ ਤੇਹਾ ਵੇਖ। ਪਾਤਸ਼ਾਹ ਕਹਿੰਦੇ ਇਨਸਾਨ, ਉਹ ਮਾਲਕ ਨੇ ਤੇਰੇ ਮਸਤਕ ਦੇ ਉੱਪਰ ਲੇਖ ਲਿਖਿਆ ਹੋਇਆ, ਉਹ ਲੇਖ ਆਪਣੇ ਸਾਰਿਆਂ ਦੇ ਲਿਖਿਆ ਹੋਇਆ। ਮਸਤਕ ਦੇ ਉੱਪਰ ਸਤਿਨਾਮ ਕਰਤਾ ਪੁਰਖੇ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ, ਤੁਸਾ ਦਿੱਤੇ ਸਤਿਨਾਮ ਨਾਨਕ ਮਹਿਮਾਣੀ। ਸਾਡੇ ਮਸਤਕ ਤੇ ਲਿਖਿਆ ਹੋਇਆ ਕਿ ਤੁਸੀਂ ਸਤਿਨਾਮ ਪਰਮਾਤਮਾ ਦਾ ਜਿਹੜਾ ਸੱਚਾ ਨਾਮ ਕਰਤੇ ਪੁਰਖ ਦਾ, ਉਹ ਰਤਨਾਂ ਦੀ ਖਾਣ ਤੁਹਾਡੇ ਮਸਤਕ ਤੇ ਲਿਖਿਆ। ਤੁਸੀਂ ਪਰਮਾਤਮਾ ਦਾ ਸਿਮਰਨ ਕਰਿਆ ਕਰੋ, ਇਹ ਤੁਹਾਡੇ ਮਨ ਦੀ ਖੁਰਾਕ, ਤੇ ਤੁਸੀਂ ਸੰਸਾਰ 'ਚ ਮਹਿਮਾਨ ਬਣ ਕੇ ਆਏ ਹੋ। ਗੱਲਾਂ ਤਾਂ ਸੌਖੀਆਂ ਨੇ, ਸਮਝਣ ਦੀ ਗੱਲ ਆ। ਜਦੋਂ ਆਪਾਂ ਕਿਸੇ ਨੂੰ ਫਤਿਹ ਬੁਲਾਉਂਦੇ ਆ ਤੇ ਆਪਣੇ ਹੱਥ ਮਸਤਕ ਵੱਲ ਨੂੰ ਜਾਂਦੇ ਆ, ਇਸ਼ਾਰਾ ਹੁੰਦਾ ਕਿ ਇੱਥੇ ਕੁਝ ਲਿਖਿਆ ਹੋਇਆ, ਪੜ੍ਹ। ਹੁਣ ਲਿਖਿਆ ਕੀ ਆ? ਉਹ ਗੁਰਬਾਣੀ 'ਚ ਦੱਸਿਆ ਹੋਇਆ। ਤੇ ਜੇ ਤਾਂ ਆਪਾਂ ਪਹਿਲਾਂ ਲੱਭਦੇ ਫਿਰਦੇ ਵੀ ਆ ਜਿਹੜੀ ਮਸਤਕ ਦੀ ਖੋਪੜੀ ਆ ਵੀ ਇਹ ਤੇ ਕੁਛ ਲਿਖੇ ਹੁੰਦੇ ਅੱਖਰ, ਜਦੋਂ ਫੁੱਲ ਚੁਗਣ ਜਾਂਦੇ ਪਤਾ ਨਹੀਂ। ਹੁਣ ਗੁਰੂ ਦੀ ਬਾਣੀ 'ਚ ਦੱਸਿਆ ਹੋਇਆ ਵੀ ਕੀ ਲਿਖਿਆ, ਵੀ ਤੁਸੀਂ ਮਹਿਮਾਨ ਆਏ ਹੋ, ਪਰਮਾਤਮਾ ਕਰਤੇ ਪੁਰਖ ਦਾ ਜਿਹੜਾ ਨਾਮ ਆ ਉਹ ਰਤਨਾਂ ਦੀ ਖਾਣ ਆ, ਉਹ ਤੁਹਾਡੇ ਮਨ ਦੀ ਖੁਰਾਕ ਆ, ਉਹਨੂੰ ਸਿਮਰਿਆ ਕਰੋ। ਹੁਣ ਜੇ ਬਾਣੀ ਦਾ ਭੇਦ ਹੋਵੇ ਤਾਂ ਜੀਵ ਸਮਝੇ। ਇਸੇ ਕਰਕੇ ਜਦੋਂ ਆਪਾਂ ਕਿਸੇ ਨੂੰ ਫਤਿਹ ਬੁਲਾਉਂਦੇ ਆ, ਹੱਥ ਮਸਤਕ ਵੱਲ ਜਾਂਦੇ ਆ ਕਿ ਇੱਥੇ ਆਹ ਕੁਝ ਲਿਖਿਆ, ਇਹਨੂੰ ਪੜ੍ਹੋ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਨਾਨਕ ਹੁਕਮੀ ਲਿਖੀ ਹੈ ਲੇਖ, ਜਿਹਾ ਵੇਖੈ ਤੇਹਾ ਵੇਖ। ਪਾਤਸ਼ਾਹ ਕਹਿੰਦੇ ਫਿਰ ਜੀਵ ਜਿਹੋ ਜਿਹਾ ਪਰਮਾਤਮਾ ਨੂੰ ਵੇਖਦਾ, ਉਹੋ ਜਿਹਾ ਫਿਰ ਰੱਬ ਉਹਨੂੰ ਵੇਖਦਾ। ਮਹਾਰਾਜ ਕਹਿੰਦੇ ਦੁਨੀਆਦਾਰੀ ਦਾ ਗਿਆਨ ਇਹ ਆ ਵੀ ਜਿਹੋ ਜਿਹਾ ਤੂੰ ਚਾਹੁੰਦਾ ਕਿ ਲੋਕ ਮੈਨੂੰ ਦੇਖਣ, ਤੇ ਤੂੰ ਵੀ ਲੋਕਾਂ ਨੂੰ ਉਹੋ ਜਿਹਾ ਦੇਖ। ਤੇ ਗਹਿਰਾਈ ਵਾਲੇ ਵਿਚਾਰ ਇਹ ਆ ਕਿ ਜਿਹੋ ਜਿਹਾ ਸਾਡਾ ਪਰਮਾਤਮਾ ਵੱਲ ਧਿਆਨ, ਉਹੋ ਜਿਹੀ ਮਾਲਕ ਸਾਡੇ ਤੇ ਨਜ਼ਰ ਕਰਦਾ। ਇਹ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਸਮਝਾਇਆ। ਆਓ ਹੁਣ ਆਪਾਂ ਨਾਲ ਦੀ ਨਾਲ ਫਿਰ ਰਤਨਾਂ ਦੀ ਖਾਣ ਜੋ ਮਸਤਕ ਤੇ ਲਿਖਿਆ ਉਹਦਾ ਸਿਮਰਨ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ